अच्छा, एक ओंकार सतगुर प्रसाद। ये मंगल जितने भी भारती दर्शन हैं सब ने मंगल उच्चारण किया। क्यों? जे विचारिए भी तुसी जी उत्थे भी एक कथा दे विच आया सी जिहड़ा तुसी लफ्ज अज सुणाउने, ਉਹਦਾ उत्तर ਇਹ ਹੀ ਹੈ कि ਜਿਹੜਾ 523-24 ਵਾਰੀ ਤਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਿੰਨ ਰੂਪ ਦੇ ਵਿੱਚ ਇਹ ਗੁਰਬਾਣੀ 'ਚ ਕੀਤਾ। ਤਾਂ ਫਿਰ ਅਗਲਾ ਕਹੂਗਾ ਵੀ ਜੀ ਇਹ ਉਹੋ ਹੀ ਫੇਰ ਕਿਉਂ ਕੀਤੇ ਆ ਮੰਗਲ। ਤਾਂ ਜਿਸ ਦਾ ਅਸੀਂ ਚਿੰਤਨ ਕਰਦੇ ਹਾਂ, ਜਿਸ ਦੀ ਖੋਜ ਵਿਚਾਰ ਕਰਦੇ ਹਾਂ, ਤਾਂ ਉਹ ਵੀ ਤਾਂ ਇੱਕ ਹੀ ਹੈ ਤੇ ਨੇਤਾ ਭਾਰਤੀ ਉਹਦੀ ਖੋਜ ਕਰਦੇ ਹਾਂ। ਇੱਥੋਂ ਅਸੀਂ ਇਹ ਦੇਖਣਾ ਹੈ ਵੀ ਆਤਮਾ ਨਾਮ ਹੈ ਜਿਹੜਾ, और परमात्मा नाम है जेड़ा, ये दो नाम पै गए। तो जैसे दो नाम पै गए, सुरती शास्त्र संत सूझवान ज्ञाते पुरुष ये दसना चाहते हैं ਵੀ ਨਾ ਦੋ ਭੈਣ ਨਾਲ ਕੋਈ ਫਰਕ ਨਹੀਂ ਪਿਆ, ਇਹ ਚੀਜ਼ਾਂ ਦੋ ਨੇ। ਜਿੰਨਾ ਦੋਤਾ ਹੈ ਰੋਲ ਰੋਲ ਕੇ ਮਨੁੱਖ ਜਿੰਨਾ ਭੋਗਦਾ ਹੋਇਆ ਤੜਫਦਾ ਭਟਕਦਾ, ਇੱਕ ਕਾਹਦਾ ਦੋਸ਼ ਹੈ ਕਿ ਦੋ ਮੰਨਣ ਦਾ। ਮਾਂਡੂਕ ਕਾਰਕਾ ਦੇ ਵਿੱਚ ਤੁਸੀਂ ਪੜ੍ਹੇ ਹੈ, ਜਾਣੇ ਹੈ। ਮਾਂਡੂਕ ਕਾਰਕਾ ਦੇ ਵਿੱਚ ਵੀ ਇਹ ਆਇਆ ਕਿ ਕਾਠੋਪਨਿਸ਼ਦ ਦੇ ਵਿੱਚ ਵੀ ਇਹੀ ਆਉਂਦਾ ਹੈ। ਕਾਠੋਪਨਿਸ਼ਦ ਦੇ ਵਿੱਚ ਵੀ ਇਹੀ ਆਇਆ ਕਿ ਮਿਰਤਵੋ ਸਾ ਮਿਰਤੂ ਮਾਪਨੋਤੀ ਗਛਤੀ, ਜੇ ਇਹ ਨਾਨਮ ਪਸ਼ਤੀ, ਜਿਹਨੂੰ ਇਹ ਨਾਨਾ ਰੂਪ ਦਿਖਾਈ ਪੜ ਰਿਹਾ ਤਾਂ ਉਸਨੂੰ ਨਾਨਾ ਦਿਸਣ ਵਾਲੇ ਨੂੰ ਬਾਰੰਬਾਰ ਮਿਰਤੂ ਗਰਸੇਗੀ, ਮਾਨਾ ਮਰੇਗਾ ਜਨਮੇਗਾ, ਮਰੇਗਾ ਜਨਮੇਗਾ। ਕੌਣ? ਜਿਹਨੂੰ ਨਾਨਾ ਰੂਪ ਦਿਖਾਈ ਪੜਦਾ। ਇਹ ਨਾਨਾ ਤਰ੍ਹਾਂ ਦੀ ਦਿਖਾਈ ਪੜਨੀ ਹੈ ਜਿਹੜੀ, ਇਸ ਨੂੰ ਸਮੇਟਣ ਮੇਟਣ ਵਾਸਤੇ ਜੋ ਗੁਰਬਾਣੀ ਲਿਖੀ ਹੈ ਉਹਦੇ ਪਹਿਲਾਂ ਇੱਕ ਕਿਹਾ। ਤਰ੍ਹਾਂ ਤਰ੍ਹਾਂ ਦੇ ਤੁਸੀਂ ਇਹ ਪੜੋ, ਪਰ ਜਦੋਂ ਇਹ ਨਾਨਾ ਨੂੰ ਏਕਮੇ ਸਮਾਓਗੇ ਨਹੀਂ, ਉਹਨਾਂ ਚਿਰ ਕਲਿਆਣ ਹੋਣ ਵਾਲੀ ਨਹੀਂ ਗੀ। ਤਾਂ ਕਿਉਂ ਨਹੀਂ ਹੋਣ ਵਾਲੀ? ਸੁਰਤੀ ਨੇ ਇਹ ਗੱਲ ਕਹੀ ਹੈ ਕਿ ਤੂੰ ਮੇਰਾ ਖੰਡਨ ਕਰਦਾ। ਸੁਰਤੀ ਮਾਤਾ ਹੈ, सूत्र पिता है। सुरती माता ने एक है कि ने नाना अस्ति किंचन,
ਜਿਹੜਾ ਨਾਨਾ ਰੂਪ ਤੁਹਾਨੂੰ ਮਾਲਮ ਪੜਦਾ ਹੈ, ਇਹ ਨਾਨਾ ਪ੍ਰਕਾਰ ਦਾ ਕੁਛ ਨਹੀਂਗਾ, ਇਹ ਨਾਨਾ ਨਹੀਂ ਹੈ, एक ही। जैसे धरती एक तल है, ਇਹ ਧਰਤੀ ਦੇ ਵਿੱਚ ਜਿੱਥੇ ਛੱਪੜ ਟੋਬੇ ਬਣੇ ਆ ਉੱਥੇ ਪਾਣੀ ਦੀ ਬੋਲਤਾ ਹੋ ਜਾਂਦੀ, ਭਰਿਆ ਜਾਂਦਾ। ਜਦੋਂ ਪਾਣੀ ਸੁੱਕ ਜਾਂਦਾ ਹੈ ਤਾਂ ਉਹਦੇ ਵਿੱਚ ਦਰੇੜਾਂ ਆ ਕਰਕੇ ਉਹੀ ਤਾਲਾ ਜਿਹੜਾ ਨਾਨਾ ਰੂਪ ਮਾਲਮ ਪੜਨ ਲੱਗ ਜਾਂਦਾ। ਜਿੰਨਾ ਚਿਰ ਨਾਨਾ ਰੂਪ ਮਾਲਮ ਪੜਦਾ ਤਾਂ ਉਹਦੀ ਅਨੇਕਤਾ ਜਿਹੜੀ ਹੈ ਮੂਲ ਮੇਂ ਏਕ ਹੈ, ਪ੍ਰਤੀਤੀ ਅਨੇਕਤਾ ਦੀ। ਜਿਹੜਾ ਗ੍ਰੰਥ ਗੁਰੂਆਂ ਸੰਤਾਂ ਇਹ ਚਿੱਤ ਪਰਚਾਉਣ ਵਾਸਤੇ ਨਹੀਂ ਸੀ ਲਿਖੇ ਵੀ ਚੱਲ ਗਏ ਯਾਰ ਮੰਦਰ ਚੱਲ ਗਏ, ਵੀ ਕਿਉਂ ਚਿੱਤ ਜਿਹਾ ਉਦਾਸ ਹੈ, ਤਬਲਾ ਢੋਲਕੀ ਛੇਣੇ ਸੁਣੇ ਤਾਂ ਚਿੱਤ ਖੁਸ਼ ਹੋ ਗਿਆ। ਇਹ ਜਿਹੜੇ ਢੋਲਕੀ ਛੇਣੇ ਧਮਾਲਾਂ ਆਦਿ ਹਨ, ਇਹ ਮਨ ਦੀ ਚੰਚਲਤਾ ਨੂੰ ਰੋਕ ਕੇ ਆਪਣੇ ਚ ਰੰਗ ਕੇ ਉਸ ਤੋਂ ਵੀ ਵੱਧ ਚੰਚਲਤਾ ਕਰ ਦਿੰਦੀ ਹੈ। ਤਾਂ ਇਸ ਨੂੰ ਜਿਹੜੇ ਵੇਦ ਵਿਦਾਂਤ ਹੈ, ਗੁਰਬਾਣੀ ਕਹਿ ਲੋ, ਗੀਤਾ ਕਹਿ ਲੋ, ਭਾਗਵਤ ਕਹੋ, ਉਪਨਿਸ਼ਦਾਂ ਕਹੋ, ਰਾਮਾਇਣ ਕਹੋ, ਇਹ ਚਿੱਤ ਖੁਸ਼ ਕਰਨ ਵਾਸਤੇ ਨਹੀਂ ਸੀ, ਇਹ ਚਿੱਤ ਦੀ ਨਿਤ ਦੀ ਨਿਰਾਸ਼ਾ ਸੀ ਜਿਹੜੀ ਉਸ ਨੂੰ ਜੜੋਂ ਖੇੜਨ ਵਾਸਤੇ ਸੀ ਕਿ ਆਨੰਦ ਮੇ ਇਹ ਤਿਰਪਤ ਹੋ ਜੇ, ਕਿ ਹਿਰਦੇ ਚ ਨਿਰਾਸ਼ਾ ਕਦੇ ਛਾਏ ਹੀ ਨਾ। ਤਾਂ ਅਸੀਂ 10 ਮਿੰਟ ਆ ਲਿਓ ਪੜ ਲਗੇ ਵੇਲੇ ਆ, ਇਹ ਵੇਲ ਟਪਾਉਣ ਵਾਸਤੇ ਸਾਧਨ ਬਣਾ ਲਏ ਵੀ ਚਲੋ ਵੇਲ ਟੱਪ ਜੋ। ਇਹ ਸਾਡੀ ਇੱਕ ਭੁੱਲ ਹੈ, ਇਹ ਭੁਲੇਖਾ ਹੈ। ਇਹ ਭੁਲੇਖਾ ਦੂਰ ਕਰਨ ਵਾਸਤੇ ਕੀ ਕਰਨਾ ਪਊਗਾ ਵੀ ਕੋਈ ਗ੍ਰੰਥ ਪੜ੍ਹੀਏ, ਕੋਈ ਪੋਥੀ ਪੜ੍ਹੀਏ ਤਾਂ ਇਹ ਹੈਗਾ ਕਿ ਇਹ ਪਹਿਲਾਂ ਪੋਥੀਆਂ 'ਚ ਹੀ ਤਾਂ ਭੁਲੇਖੇ ਪਏ ਆ, ਇਹਨਾਂ ਨੂੰ ਪੜ੍ਹ ਕੇ ਭੁਲੇਖਾ ਪਿਆ। ਕਿਉਂ ਵੀ ਯਾਰ ਇਹ ਭੁਲੇਖਾ ਤੋਂ ਪੈ ਗਿਆ, ਭੁਲੇਖਾ ਇਸ ਲਈ ਪੈ ਗਿਆ ਕਿ ਤੂੰ ਪੜ੍ਹਨ ਜਾਣਦਾ, ਇਦੋਂ ਵੱਧ ਕੁਛ ਨਹੀਂ ਜਾਣਦਾ। ਪੜ੍ਹਨ ਨਾਲ ਭੁਲੇਖੇ ਨਹੀਂ ਟੁੱਟਦੇ। ਕਿਉਂ? ਭਾਵੇਂ ਸਾਰਾ ਕੋਈ ਸ਼ਾਸਤਰ ਗ੍ਰੰਥ ਤੂੰ ਜਵਾਨੀ ਕੰਠ ਕਰ ਲਾ ਤਾਂ ਇਹਦੇ ਪਰਥਾਏ ਸਾਈਂ ਬੁੱਲੇ ਸ਼ਾਹ ਦੀਆਂ 360 ਕਾਫੀਆਂ ਹਨ। 360 ਕਾਫੀਆਂ ਦੇ ਵਿੱਚ ਸਾਈਂ ਬੁੱਲੇ ਸ਼ਾਹ ਨੇ ਵੀ ਇਹਦੀ ਗਵਾਹੀ ਭਰੀ ਹੈ। ਤਾਂ ਉਹਨਾਂ ਨੇ ਵੀ ਕਿਹਾ ਅਖੇ ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦੇ, ਤੇ ਭਾਵੇਂ ਲਾਲ ਹੋ ਜੇ ਕੜ ਕੜ ਕੇ। ਤਾਂ ਉਹਨਾਂ ਦਾ ਵੀ ਇਹੀ ਇਸ਼ਾਰਾ ਹੈ ਵੀ ਸਾਰੀ ਜ਼ਿੰਦਗੀ ਪੜ ਕੇ ਆਲਮ ਫਾਜ਼ਲ ਹੋ ਜੋ। ਤਤਵ ਗਿਆਨ ਬਿਨਾ ਇਹ ਨਾਨਾਤਵਾ ਜਿਹੜਾ ਇਹ ਮਿਟੇਗਾ ਨਹੀਂ। ਜਿਹੜਾ ਨਾਨਾਤਵਾ ਹੈ ਇਹ ਤੈਨੂੰ ਕਿਸੇ ਵੀ ਜੂਨੀ ਦੇ ਉਪਾਧੀ ਚ ਠਹਿਰਨ ਨਹੀਂ ਦੇਗਾ। ਕਿਉਂ? ਤੂੰ ਵੱਖਰਾ ਮੰਨਦਾ ਹੈ ਆਪ ਨੂੰ।
ਹਰ ਕੋਈ ਆਪ ਨੂੰ ਨਿਆਰਾ ਵੱਖਰਾ ਮੰਨਦਾ ਹੈ। ਤਾਂ ਇਹ ਵੱਖਰਾ ਅਸੀਂ ਕੋਈ ਅੱਜ ਕੱਲ ਬੜੇ ਸਾਧਨ ਹਨ, ਟੀਵੀਆਂ ਤੇ ਵਾਈਫਾਈ ਲੋਕਾਂ ਦੇ ਲੱਗੇ ਆ, ਨੈਟ ਇਹਦੇ ਤੇ ਨਾਨਾ ਪ੍ਰਕਾਰ ਦੇ ਆਉਂਦੇ। ਜੰਗਲ ਦੇ ਵਿੱਚ ਪਸ਼ੂਆਂ ਦੇ ਝੁੰਡ ਫਿਰਦੇ ਆ, ਉਹ ਝੁੰਡ ਦੇ ਵਿੱਚੋਂ ਜਿਹੜਾ ਕੋਈ ਪਸ਼ੂ ਪਾਸੇ ਹੋ ਜਾਂਦਾ, ਉਹਦੇ ਚ ਆਦਮਖੋਰ ਮਾਸਾਹਾਰੀ ਪਸ਼ੂ ਫਿਰਦੇ, ਉਹ ਉਸੇ ਵੇਲੇ ਫੜ ਕੇ ਉਸ ਧੌਣ ਮਰੋੜ ਲੈਂਦੇ। ਕਿਉਂ ਕਿ ਉਹ ਝੁੰਡ ਤੋਂ ਇੱਕ ਵਾਰੀ ਪਾਸੇ ਹੋ ਗਿਆ। ਜਿੰਨਾ ਚਿਰ ਝੁੰਡ ਨਾਲ ਜੁੜਿਆ ਰਹਿੰਦਾ ਉਹਨਾਂ ਚਿਰ ਉਹਦੀ ਰੱਖਿਆ ਹੁੰਦੀ ਹੈ। ਉਹਦਾ ਇੱਕ ਪ੍ਰਸ਼ਨ ਬਹਿਰੰਗ ਬਾਤ ਮੈਂ ਸੁਣਾਈ, ਐਸੇ ਤੇਰਾ ਜਿਹੜਾ ਸਮਸ਼ਟੀ ਤੱਤਾਂ ਤੋਂ ਵਿਅਸ਼ਟੀ ਤੱਤ ਨੂੰ ਆਪਣੇ ਨਿਆਰਾ ਕਰੀ ਬੈਠਾ ਹੈ, ਤਾਂ ਇਹਦੀ ਤਾਂ ਸਮਝੋ ਧੌਣ ਮੁੜੀ ਹੋਈ ਹੈ। ਕਿਉਂ? ਇਹ ਸਮਸ਼ਟੀ ਤੋਂ ਵਿੱਚ ਆਪ ਨੂੰ ਸ਼ਾਮਲ ਨਹੀਂ ਕਰ ਰਿਹਾ। ਇਹ ਜਿਹੜੀ ਨਾਨਾ ਤਵਾ ਹੈ, ਇਹ ਕੀ ਹੈ? ਜਿਵੇਂ ਧਰਤੀ ਇੱਕ ਹੈ, ਨਾਨਾ ਤਾਓ ਤੇ ਇਸੇ ਧਰਤੀ ਤੇ ਇਸੇ ਧਰਤੀ ਦੇ ਵਿੱਚੋਂ ਤੇ ਇਸੇ ਧਰਤੀ ਤੇ ਵੱਖਰੇ ਇਮਾਰਤਾਂ ਪੈਦਾ ਹੋ ਗਈਆਂ, ਉਹ ਨਾਨਾ ਰੂਪ ਮਾਲਮ ਪੜਦੀਆਂ। ਤਾਂ ਇਸੇ ਦੇ ਵਿੱਚੋਂ ਹੀ ਜੈਸੇ ਬੜੀਆਂ ਬਿਲਡਿੰਗਾਂ ਬਣਾਈਆਂ ਇੱਟਾਂ ਮਿੱਟੀ ਦੀਆਂ, ਇਸੇ ਤਰ੍ਹਾਂ ਹੀ ਇੱਕ ਕਮਜ਼ੋਰ ਵਰਗ ਨੇ ਛੰਨਾ ਬਣਾ ਲਈਆਂ, ਉੱਤੇ ਘਾਹ ਫੂਸ ਪਾਤਾ। ਤਾਂ ਜਦੋਂ ਸਾਨੂੰ ਇਹ ਮਾਲਮ ਪੜਦਾ ਹੈ ਵੀ ਇਹ ਕੱਖਾਂ ਦੀ ਛੰਨ ਹੈ, ਇਹ ਸੀਸੇ ਦਾ ਮਹਿਲ ਹੈ, ਇਹ ਪੱਥਰ ਦਾ ਹੈ, ਇਹ ਕੱਚੀ ਪੱਕੀ ਇੱਟ ਦਾ ਹੈ, ਤਾਂ ਇਹ ਨਾਨਾ ਤਵਾ ਵੇਖਣਾ ਹੈ। ਜਿਹੜਾ ਨਾਨਾ ਤਵਾ ਵੇਖਣਾ ਹੈ ਤੇ ਮੂਲ ਤੱਤ ਵੀ ਇਹਦੇ ਤੇ ਕ੍ਰੋਧ ਹੋ ਜਾਂਦਾ। ਮੂਲ ਤੱਤ ਵਿਸ਼ਿਸ਼ਟ ਚੇਤਨ, ਕਿ ਤੂੰ ਮੇਰੀ ਬਾਂਟ ਕਰਨ ਲੱਗਿਆ, ਇੱਕ ਤੂੰ ਮੈਨੂੰ ਅਨੇਕ ਦੇਖਣ ਲੱਗਿਆ। ਤਾਂ ਉਹਦੇ ਲਈ ਵੀ ਇਹ ਕਿਹਾ ਕਿ ਵੀ ਇਹਦੀ ਅਨੇਕਤਾ ਮਿਟਾਉਣ ਵਾਸਤੇ ਏਕਤਾ ਲਈ ਕੀ ਚਾਹੀਏ। ਤਾਂ ਇੱਥੇ ਸਾਡੇ ਸੰਤਾਂ ਨੇ ਇਹਨੂੰ ਦ੍ਰਿਸ਼ਟਾਂਤ ਦੇ ਰੂਪ 'ਚ ਦੱਸਿਆ ਵੀ ਦਰਸ਼ਟਾ ਤਾਂ ਤੁਸੀਂ ਆਪ ਕਰਨਾ ਲੱਭਣਾ। ਸਾਧਕ ਕਹਿੰਦਾ ਜੀ ਮੈਥੋਂ ਲੱਭਿਆ ਨਹੀਂ ਜਾਂਦਾ, ਮੈਂ ਤਾਂ ਦ੍ਰਿਸ਼ਟਾਂਤ ਹੀ ਪੜ੍ਹ ਕੇ ਹਟ ਜਾਣਾ। ਤਾਂ ਉੱਥੇ ਕਿਹਾ ਕਿ ਇਹ ਕੋਈ ਗਿਆਤਾ ਗੁਰੂ ਲੱਭਣਾ ਪਏਗਾ ਜਿਹੜਾ ਤੈਨੂੰ ਇਸ ਵਿਸ਼ੇ ਤੇ ਗੁਰ ਦੇਵੇ। ਤਾਂ ਸੰਤਾਂ ਨੇ ਕੀ ਕਿਹਾ? ਆਖੇ ਦੇਖੋ ਭਾਈ ਗਿਆਨ ਕੀ ਆਈ ਅੰਧੀ, ਵੀ ਸੰਤ ਨੇਰੀ। ਤਾਂ ਉਹਦੇ ਨਾਲ ਕੀ ਹੋਊਗਾ ਕਿ ਦੇਖੋ ਭਾਈ ਗਿਆਨ ਕੀ ਆਈ ਅੰਧੀ, ਤੇ ਸਭੈ ਉਡਾਣੇ ਭਰਮ ਕੀ ਟਾਟੀ ਰਹੇ ਨ ਮਾਇਆ ਬੰਦੀ। ਤਾਂ ਇੱਥੇ ਨੇਰੀ ਤੋਂ ਬਗੈਰ ਜਿਹੜੀ ਭਰਮ ਰੂਪੀ ਛੰਨਾ ਸੀਗੀਆਂ, ਜਿਵੇਂ ਉਹ ਨੇਰੀ ਆਉਂਦੀ ਉਹ ਉਡਾ ਕੇ ਲੈ ਜਾਂਦੀ ਹੈ, ਤੇ ਇਹ ਭਰਮ ਰੂਪੀ ਚਾਰ ਖਾਣੇ ਜਗਤ ਦੀਆਂ ਜਿਹੜੀਆਂ ਕੋਠੜੀਆਂ ਤੇ ਛੰਨਾ ਬਣਾ ਕੇ ਛੱਪਰ ਪਾਏ ਐ ਅਵਿਦਿਆ ਦੇ ਪ੍ਰਭਾਵ ਸੇ, ਇਹ ਬੁੱਲਿਆਂ ਨਾਲ ਨਹੀਂ, ਪੱਖੀਆਂ ਦੀ ਝੱਲ ਨਾ ਉੱਡਣੇ ਵਾਲੇ। ਪੱਖੀਆਂ ਦੀ ਝੱਲ ਕੀ ਹੈ ਕਿ ਦੋ ਪੱਤਰੇ ਪੜ੍ਹ ਲਏ, ਅੱਧਾ ਅਧਿਆਏ ਪੜ੍ਹ ਲਾ, ਅੱਧਾ ਕੱਲ ਨੂੰ ਪੜ੍ਹ ਲਾਂਗੇ, ਐਸੇ ਕਰ ਲਿਆ, ਅੱਧੀ ਮਾਲਾ ਫੇਰ ਲਈ, ਅੱਧੀ ਫੇਰ ਲਾਂਗੇ। ਇਹ ਬੁੱਲੇ ਆ ਹਵਾ ਦੇ ਨਿੱਕੇ ਨਿੱਕੇ ਝੱਲਾਂ,
ਇਹ ਆਂधी ਨਹੀਂ। ਗਿਆਨ ਕੀ ਆਂधी ਕਿਹਾ? ਗਿਆਨ ਦੀ ਨੇਰੀ ਚੱਲ ਜੇ ਤੇ ਨਾਨਾ ਪ੍ਰਕਾਰ ਦੀ ਜਿਹੜੀ ਪ੍ਰਤੀਤੀ ਹੁੰਦੀ ਇਹਨੂੰ ਸਭ ਨੂੰ ਉਡਾ ਕੇ ਲੈ ਜੇਗੀ, ਤਾਂ ਫੇਰ ਇਹ ਪਤਾ ਲੱਗੇਗਾ ਕਿ ਨੇ ਨਾਨਾ ਅਸਤੀ ਕਿੰਚਨ, ਨਾਨਾ ਪ੍ਰਕਾਰ ਕੁਛ ਵੀ ਨਹੀਂ। ਜਦੋਂ ਇੱਥੇ ਹੀ ਬੈਠਾ ਹੈ, ਇਹ ਚਾਰ ਖਾਣੀ ਦੇ ਜਗਤ ਦੇ ਜਿਹੜੀ ਨਾਨਾਤਵਾ ਦਿਸਦੀ ਹੈ, ਇਸ ਸਰੀਰ ਦੇ ਨਾਲ ਜਿਹੜਾ ਤਦਾਤਮ ਕਰੀ ਬੈਠਾ ਹੈ, ਇਹਨੂੰ ਪਹਿਚਾਨਣਾ ਚਾਹੀਏ, ਇਹਨੂੰ ਜਾਣਨਾ ਚਾਹੀਏ ਕਿ ਕੀ ਤੈਨੂੰ ਇਹ ਮਾਲਮ ਪੜਨ ਲੱਗ ਗਿਆ ਵੀ ਨਾਨਾ ਨਹੀਂ ਹੈ, ਇਹ ਕੀ ਹੈ? ਤਾਂ ਫਿਰ ਝੂਠ ਤਾਂ ਕੋਈ ਬੋਲਦੇ, ਕੋਈ ਵਿਰਲੇ ਹੀ ਹੈ ਜਿਹੜੇ ਤੁਹਾਨੂੰ ਇਹ ਬਤਾਉਣਗੇ ਕਿ ਨਾਨਾ ਨਾਮ ਦੀ ਕੋਈ ਚੀਜ਼ ਹੀ ਨਹੀਂ ਗੀ। ਇਹੀ ਸੰਤਾਂ ਲੋਕਾਂ ਨੇ ਇਹਨੂੰ ਪੁਖਤਾ ਕਰਨ ਵਾਸਤੇ ਫੇਰ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਅਖੇ ਏਕਲ ਮਾਟੀ ਕੁੰਚਰ ਚੀਟੀ, ਪਾਂਜਨ ਹੈ ਬੋ ਨਾਨਾ ਰੇ, ਥਾਵਰ ਜੰਗਮ ਕੀਟ ਪਤੰਗਮ, ਕਟ ਕਟ ਰਾਮ ਸਮਾਨਾ ਰੇ। ਜਦੋਂ ਇਹ ਦ੍ਰਿਸ਼ਟਾਂਤ ਕਿਹਾ ਕਿ ਇੱਕੋ ਹੀ ਮਿੱਟੀ ਤੋਂ, ਕੀੜੀ ਤੋਂ ਲੈ ਕੇ ਹਾਥੀ ਸਭ ਤੋਂ ਵੱਡਾ, ਛੋਟੇ ਤੋਂ ਛੋਟਾ, ਤਿਰਣ ਤੋਂ ਲੈ ਕੇ ਪਰਬਤ ਤਾਈਂ ਇਹ ਏਕ ਮਾਟੀ ਇੱਕ ਹੀ ਹੈ। ਤਾਂ ਇਹ ਏਕ ਮਾਟੀ ਹੈ ਜਿਹੜੀ ਇਹ ਨਾਨਾ ਕਿਉਂ ਦਿਸਦੀ ਹੈ? ਅਸੀਂ ਤਾਂ ਇਹ ਵੇਖਣਾ ਹੈ ਵੀ ਮੈਨੂੰ ਨਾਨਾ ਵੇਖਣ ਦਾ ਕੋਈ ਚਾਅ, ਅਗਰ ਨਾਨਾ ਮੈਨੂੰ ਦੀਦੀ ਹੈ ਤਾਂ ਮੈਂ ਮੰਨ ਜਾਣਾ ਵੀ ਇਹ ਨਾਨਾ ਹੈ। ਤਾਂ ਸਾਨੂੰ ਇਹ ਕਰਨਾ ਔਰ ਕਹਿਣਾ ਪਏਗਾ ਕਿ ਵੇਖੋ ਇਹਦਾ ਮੂਲ ਪਛਾਣੋ, ਜਿਹਨੇ ਮੂਲ ਬਿਰਸ਼ ਦਾ ਪਾਇਆ ਹੈ ਉਹਨੇ ਢਾਲ ਹੱਥ ਨਹੀਂ ਲਾਇਆ। ਉਹ ਢਾਲਾਂ ਨੂੰ ਪਕੜੀ ਬੈਠੇ ਹੈ, ਨਾਨਾ ਤਾਂ ਢਾਲਾਂ ਹੈ, ਟਾਹਣੀਆਂ ਪੱਤੇ। ਜਿਹੜਾ ਮੂਲ ਬਿਰਸ਼ ਦਾ ਬੀਜ, ਬੀਜ ਦੇ ਵਿੱਚ ਕੋਈ ਪੱਤਾ ਵੇਖਿਆ ਕਦੇ? ਬੀਜ ਦੇ ਵਿੱਚ ਟਾਹਣਾ ਵੇਖਿਆ ਕਦੇ? ਔਰ ਬੀਜ ਦੇ ਵਿੱਚ ਫੁੱਲ ਫਲ ਕਦੇ ਦੇਖੇ? ਤਾਂ ਇਹ ਹੈਗਾ ਕਿ ਬੀਜ ਦੇ ਵਿੱਚ ਤਾਂ ਸਭ ਕੁਝ ਇੱਕ ਰੂਪ ਹੋ ਕਰਕੇ ਰਹਿ ਰਿਹਾ। ਤਾਂ ਇਸੇ ਹੀ ਵੇਖਣਾ ਅਸੀਂ ਉਸ ਵਸਤੂ ਨੂੰ ਪਛਾਣੋ ਕਿ ਜਿਹਦੇ ਵਿੱਚ ਚਾਰ ਖਾਣੀ ਦੇ ਜਗਤ ਦਾ ਸਰੂਪ ਇੱਕ ਰੂਪ ਹੋ ਕਰਕੇ ਰਿਹਾ, ਤੇ ਚਾਰ ਖਾਣੀ ਦੇ ਜਗਤ ਦਾ ਏਕ ਸਰੂਪ ਹੈ ਜਿਹੜਾ ਇਹ ਨਾਨਾ ਵਿਖਾਉਣ ਵਾਲਾ ਕੌਣ ਤੰਤਰ। ਅਸੀਂ ਨਿਤਮ ਨੇਮ ਬਣਾ ਕੇ ਬਹਿ ਗਏ, ਬੜੇ ਭਲੇਖੇ ਚ ਪੈ ਗਏ ਜੀ। ਮੈਂ ਪੜ੍ਹ ਲਿਆ ਜਪਜੀ ਸਾਹਿਬ ਵੀ ਇਹਨੂੰ ਇਹ ਗਿਆਨ ਦੇ ਥਾਂ ਅਭਿਮਾਨ ਹੋ ਗਿਆ। ਨਹੀਂ ਜੀ ਮੈਂ ਗੀਤਾ ਦਾ ਅਧਿਆਇ 1 ਪੜ੍ਹਦਾ ਹੁੰਦਾ, ਇਹ ਗਿਆਨ ਦੇ ਤਾਂ ਅਭਿਮਾਨ ਦੇ ਗਿਆ ਤੈਨੂੰ। ਕਿਉਂ ਦੇ ਗਿਆ? ਕਿ ਤੂੰ ਇਸ ਨੂੰ ਖੋਜਿਆ ਨਹੀਂ, ਵਿਚਾਰਿਆ ਨਹੀਂ ਕਿ ਜਿਸ ਜਗਤ ਦੀ ਪਰਿਭਾਸ਼ਾ ਇਹਦੇ ਵਿੱਚ ਦਰਜ ਕੀਤੀ ਹੈ, ਉਹ ਜਗਤ ਦਾ ਉਪਾਦਨ ਕੀ ਹੈ ਤੇ ਨਿਮਿਤ ਕੀ ਹੈ, ਕਿੱਥੋਂ ਪੈਦਾ ਹੁੰਦਾ, ਕੌਣ ਪੈਦਾ ਕਰਦਾ। ਇਸ ਚੀਜ਼ ਦਾ ਕੋਈ ਫਿਕਰ ਨਹੀਂ।
ਪੰਜ ਪੌੜੀਆਂ ਵਾਲਾ ਗੁਰੂ ਨੂੰ ਖੁਸ਼ ਕਰਨ ਵਿੱਚ ਲੱਗਿਆ, ਔਰ ਗੀਤਾ ਦੇ ਅਧਿਆਇ ਵਾਲਾ ਕ੍ਰਿਸ਼ਨ ਨੂੰ ਖੁਸ਼ ਕਰਨ ਵਿੱਚ ਲੱਗਿਆ। ਓਏ ਭਲਿਓ ਆਦਮੀਓ, ਵਿਚਾਰੋ, ਤੁਹਾਡੀ ਪੰਜ ਪੌੜੀਆਂ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਜਿਹੜੇ ਆਨੰਦ ਰੂਪ ਉਹਨਾਂ ਨੂੰ ਤੁਸੀਂ ਪੌੜੀਆਂ ਸੁਣਾ ਕੇ ਖੁਸ਼ ਕਰਨ ਲੱਗੇ ਵੀ ਤੇਰੀਆਂ ਪੜ੍ਹ ਲੀਆਂ ਜੀ ਪੌੜੀਆਂ। ਓਏ ਉਹਦਾ ਸਰੂਪ ਵੇਖੋ, ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ, ਉਹਨਾਂ ਦਾ ਮਹੱਤ ਕੀ ਹੈ। ਇਹ ਤੁਸੀਂ ਮੁੜ ਮੁੜ ਕੇ ਉਹਨਾਂ ਦੀਆਂ ਪੌੜੀਆਂ ਉਹਨਾਂ ਨੂੰ ਹੀ ਸੁਣਾਉਣੇ। ਇਹ ਵਿਚਾਰੋ, ਇਹ ਪੌੜੀਆਂ ਤੁਹਾਡੇ ਲਈ ਲਿਖੀਆਂ ਸੀ। ਗੁਰੂਆਂ ਨੇ ਕਥਾ ਕਿਹਾ ਪੌੜੀ, ਵਿੱਚੇ ਕਿਹਾ ਮਹੱਲਾ, ਤੇ ਇਹ ਮਹੱਲਾ ਪੌੜੀਆਂ ਕੀ ਹੈ? ਇਹ ਨਿਰਣਾ ਕਰਾਉਣ ਵਾਸਤੇ, ਜਿਵੇਂ ਅਸੀਂ ਕਿਸੇ ਦੇ ਘਰੇ ਜਾਣਾ ਹੋਵੇ ਵੀ ਕਿਹੜਾ ਮਹੱਲੇ 'ਚ ਰਹਿੰਦਾ ਜੀ ਰਵੀ, ਤਾਂ ਉਹ ਮਹੱਲੇ ਦਾ ਨਾਮ ਦੱਸ ਦੇ। ਅਮੁਕ ਮਹੱਲੇ 'ਚ ਦੂਜੀ ਮੰਜ਼ਿਲ ਤੇ ਜਾਂ ਤੀਜੀ ਮੰਜ਼ਿਲ ਤੇ, ਫਿਰ ਉਹ ਬਤਾਉਂਦੇ ਵੀ ਉਹਦੀ ਚੜ੍ਹਨ ਲਈ ਪੌੜੀ ਹੈ ਕੋਈ, ਤਾਂ ਉਹ ਲੋਹੇ ਦੀ, ਇੱਟਾਂ ਦੀ ਕੋਈ ਪੌੜੀ, ਉਹ ਪੌੜੀ ਬਿਨਾਂ ਚੜਿਆ ਨਹੀਂ ਜਾਂਦਾ। ਇਹ ਜਿਨ੍ਹਾਂ ਗੁਰੂਆਂ ਨੂੰ ਪੰਜ ਪੌੜੀਆਂ ਨਾਲ ਖੁਸ਼ ਕਰਦੇ, ਉਹਨਾਂ ਦਾ ਸਰੂਪ ਵੇਖੋ ਕਿੱਥੇ ਇਸ ਤਰ੍ਹਾਂ। ਮਹੱਲੇ ਕਿਹੜੇ 'ਚ, ਪੌੜੀ ਕਿਹੜੀ ਨਾਲ ਉੱਥੇ ਪੜਿਆ ਜਾਊ। ਤਾਂ ਇਥੋਂ ਇਹ ਲੱਗਦਾ ਹੈ ਕਿ ਸੱਤਾਂ ਡੰਡਿਆਂ ਵਾਲੀ ਪੌੜੀ ਲੱਗਦੀ ਹੈ, ਜਿੱਥੇ ਗੁਰੂ ਲੋਕਾਂ ਦਾ ਨਿਵਾਸ ਹੈ। ਇਹ ਤਾਂ ਮਿੰਟ 'ਚ ਆਖਤਾ ਮੇਰੇ ਵਰਗੇ ਨੇ ਖੜਾ ਹੋ ਕੇ, ਸੱਚਾ ਪਾਤਸ਼ਾਹ ਚਰਨਾਂ 'ਚ ਨਿਵਾਸ ਦੀ, ਉਹਨਾਂ ਵਾਲੀ ਪਾਵਰ ਜਗਾਓ। ਉਹਨਾਂ ਨੇ ਕਿਹਾ ਸਾਡੇ ਚਰਨਾਂ 'ਚ ਨਿਵਾਸ ਹੋਣ ਲਈ, ਕਰ ਲੈ ਮਿੰਤਾਂ ਨਾਲ ਨਹੀਂ। ਕਿਉਂ? ਪੌੜੀ ਕਿਸੇ ਨੇ ਕਿਹਾ ਇੱਕ ਸੇਠ ਸੀ, ਉਹਦਾ ਮਕਾਨ 3 ਮੰਜ਼ਿਲਾ, ਜਿਨ੍ਹਾਂ 'ਚ ਪਹਿਲਾਂ ਰਹਿੰਦੇ ਰਹੇ ਆ ਗੁਰੂ ਲੋਕ, ਜਿਨ੍ਹਾਂ 'ਚ ਤੁਸੀਂ ਰਹਿ ਰਹੇ ਆ, ਜਿਨ੍ਹਾਂ 'ਚ ਪੰਛੀ ਪਸ਼ੂ ਰਹਿ ਰਹੇ ਆ, ਇਹ ਤਾਂ ਤਰਲੋਕੀ ਹੈ। ਜਿਹੜੇ ਲੋਕ ਸਰੀਰ ਤਿਆਗ ਕੇ, ਜਿਹਨੂੰ ਤਤਵ ਗਿਆਨੀ ਸੀ ਨਾਨਕ ਜੀ ਮਹਾਰਾਜ ਤੋਂ ਲੈ ਕੇ ਗੁਰੂ ਪਰੰਪਰਾ, ਔਰ ਕ੍ਰਿਸ਼ਨ ਭਗਵਾਨ ਤੋਂ ਲੈ ਕਰਕੇ ਉਹਨਾਂ ਦੇ ਅਨੁਯਾਈ, ਕਬੀਰ ਜੀ ਕਬੀਰ ਪੰਥੀ, ਰਵਿਦਾਸ ਜੀ ਦੇ ਰਵਿਦਾਸ ਪੰਥੀ, ਜਿਨ੍ਹਾਂ ਨੇ ਰਵਿਦਾਸ ਜੀ ਦੇ, ਕਬੀਰ ਜੀ ਦੇ ਗਿਆਨ ਨੂੰ ਪਾਇਆ, ਜਿਨ੍ਹਾਂ ਨੇ ਨਾਨਕ ਜੀ ਮਹਾਰਾਜ ਦੇ ਗਿਆਨ ਨੂੰ ਪਾਇਆ ਹੈ। ਉਹ ਗਿਆਨ ਵੀ ਕਿਹੜਾ ਨੇਰੀ ਦੇ ਸਮਾਨ ਗਿਆਨ ਆਇਆ, ਜਿਹੜਾ ਅਵਿਦਿਆ ਨੂੰ ਅੜਾ ਕੇ ਲੈ ਗਿਆ। ਅਵਿਦਿਆ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਤਾਂ ਕੀ ਉਹਨਾਂ ਲਈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਓਏ ਉੱਥੇ ਪੰਜ ਪੌੜੀਆਂ ਪੜ੍ਹ ਕੇ ਆਪਦੀ ਅਭਿਮਾਨ ਬਣਾਈ ਬੈਠਾ, ਉੱਥੇ ਅਪੜ ਜਾਊਂਗਾ। ਓਏ ਉਹਨਾਂ ਗੁਰੂਆਂ ਲੋਕਾਂ ਨੂੰ ਵੇਖੋ ਕਿ ਉਹਨਾਂ ਦਾ ਅੱਜ ਨਿਵਾਸ ਕਿੱਥੇ ਹੈ। ਤਾਂ ਫਿਰ ਇੱਥੇ ਆਇਆ ਕਿ ਸੁਭ ਇੱਛਾ ਸੋ ਵਿਚਾਰਨਾ, ਤਨ ਮਾਨਸਾ ਸੰਸਕਤੀ ਪਦਾਰਥੀ ਭਾਵਨਾ ਤੇ ਤੁਰਿਆ। ਉਹ ਤੁਰਿਆ ਤਖਤ ਹੈ ਜਿਹੜਾ, ਉਹ ਗੁਰੂ ਲੋਕਾਂ ਦਾ ਨਿਵਾਸ ਸਥਾਨ, ਉਹ ਸਰੂਪ ਹੈ। ਤੇ ਉੱਥੇ ਭੇਖ ਵਾਲੇ ਤੇ ਭਰਮ ਵਾਲਿਆਂ ਲਈ ਕੋਈ ਜਗ੍ਹਾ ਨਹੀਂ, ਉਹਨਾਂ ਲਈ ਆ ਭੂਮੀ ਹੈ। ਉਹ ਅਤਲ ਵਿਤਲ ਸੁਤਲ ਰਸਾਤਲ ਤਲਾਤਲ ਮਹਾਤਲ
ਸਤਵੇਂ ਪਤਾਲ ਤਾਈਂ ਨਾ ਤੇ ਜਗ੍ਹਾ ਪਈ। ਉਹ ਜਿੱਥੇ ਗੁਰੂ ਚਰਨਾਂ 'ਚ ਜਾ ਵੜੇ ਝੂਠੇ ਭਰੋਸੇ ਆ। ਗੁਰੂ ਚਰਨਾਂ 'ਚ ਜਾਣਾ ਕੋਈ ਖਾਲਾ ਜੀ ਦਾ ਵਾਲਾ ਨਹੀਂਗਾ। ਇਸ ਵਾਸਤੇ ਹਾਂ ਹਿੰਮਤ ਬਣਾਓ, ਜਗਾਓ ਸ਼ਰਧਾ। ਤਾਂ ਇਹ ਪੌੜੀਆਂ ਤੁਹਾਡੇ ਵਾਸਤੇ ਚੜੋ ਡੰਡੇ, ਲੰਘੋ ਪੌੜੀਆਂ, शुभ इच्छा बनाओ। है शुभ इच्छा, मेरी शुभ इच्छा है। लोग कहेंगे तो तू अगे भी चल सकता है। जे तेरी इच्छा ही मलीन है तो फिर अगे नहीं जा सकता। तो यह है काम धंधा विहार है जेड़ा आपकी जीविका निर्वाह लई करो कि काम छड़ के ना बैठो, पर जागरता पैदा करो। ये भूमिका बनाओ, सत भूमिका ज्ञान दियां लंघ के तुरीए। वो खुद गुरु कहेगी जदों अपने स्वरूप में इज्जत होंदे उन्होंने लोगों को कहता है तीन व्यापे जगत को तुरिया पावे ओए। उन्होंने कोई विरला आख्या जगत के लोग तीना दे विच ही रहणगे ते जेड़े कनिष्ठ पुरुष है उन्हां लई थल्ले है। यही अतल बेतल सुतल रसातल तलातल महापताल च तुस जाणगे जिथे कोई थोड़ी पुकार नहीं सुनेगा। धोखा आपनों कर रहे तुसी। जे दूजे नूं धोखा करते हैं तो दूजा भी थोड़ा स्वरूप है। तुसी अपने आप नूं धोखा दे रहे हैं कि ना जानते होए कहने मैं जानदा। गलत काम हिरदे च चक्कर पाई फिरदे कहने मैं गलत करता कोई नहीं। यार आप नूं धोखा दिन्ने ते थोड़े वास्ते गुरु जी के चरण पे भी आ जाओ जी। नहीं, गुरु लोकां वाला जीवन बनाओ, गुरु लोकां दी मान मर्यादा नूं अपनावो। दर खुले है, फिर केड़ा दर खुलेगा। अख जह दर आवत जात हो हटकै नाही कोई। ਉਹ ਦਰ ਖੁੱਲ ਜਾਂਦਾ ਹੈ ਜਿੱਥੇ ਕੋਈ ਰੋਕਦਾ ਨਹੀਂ। ਉਹ ਕਿਹੜਾ ਹੈ? ਉਹ 10ਵਾਂ ਦੁਆਰ ਹੈ ਜਿਹੜਾ ਕਈਆਂ ਨੇ ਇਹ ਭ੍ਰਾਂਤੀ ਪਾਈ ਹੈ ਵੀ ਜੇ ਅੱਖਾਂ ਵਿੱਚ ਕੇ 10ਵੇਂ ਦੁਆਰ 'ਚ ਚੱਲ ਜਾਈਦਾ। ਲੋਕ ਮਰੋੜੇ ਕਰਦੇ ਆ, ਬੈਠੇ ਆ ਸਰੀਰ ਮਰੋੜਦੇ ਆ, 10ਵਾਂ ਦੁਆਰ ਖੋਲਦੇ ਆ। ਓਏ ਕਿਤੇ 10ਵਾਂ ਦੁਆਰ ਕਿਸ ਨੂੰ ਕਹਿੰਦੇ ਆ? ਜਦੋਂ ਇਸ ਦੇਹੀ ਅੰਦਰ 9 ਖੰਡ ਪ੍ਰਿਥਵੀ ਹਾਟ ਪਟਣ ਬਜ਼ਾਰਾ, ਇਸ ਦੇਹ ਦੇ ਅੰਦਰ ਸਭ ਕੁਝ ਬਾਜ਼ਾਰ ਲੱਗੇ ਆ। ਤਾਂ ਸਭ ਕੁਝ ਹੈ ਤਾਂ ਕਿਸੇ ਨੇ ਮਾਲਮ ਕੀਤੇ ਤਾਂ ਇਹ ਹੋਏਗਾ। ਇਹ ਗੁਰੂ ਲੋਕਾਂ ਦਾ ਪਰਿਸ਼ਰਮ ਸੀ, ਕਸ਼ਟ ਸਾਧ ਕੇ ਜਿਹੜੀ ਬਾਣੀ ਇਕੱਤਰਤ ਕੀਤੀ, ਇਹਨੂੰ ਸਾਨੂੰ ਸਾਕਾਰਥ ਕਰਨਾ ਚਾਹੀਦਾ ਹੈ। ਸਾਕਾਰਥ ਤਾਂ ਹੈ ਕਿ ਗੁਰੂਆਂ ਦੀ ਕਿਸੇ ਦੀ ਰੋਕ ਨਹੀਂ ਕਿ ਜਿਸ ਪਦ ਨੂੰ ਅਸੀਂ ਪਹੁੰਚੇ ਹਾਂ ਕਿ ਇਹ ਸਿੱਖ ਉਸ ਨੂੰ ਨਾ ਪਹੁੰਚਣ। ਇਹ ਸਿੱਖ ਹੀ ਡਰਦਾ ਹੈ ਵੀ ਖਨੀ ਗੁਰੂ ਮੈਨੂੰ ਉੱਥੇ ਝਿੜਕਣਗੇ। ਕਿਉਂ? ਇਹਨਾਂ ਨੂੰ ਗੁਰੂ ਮਿਲਿਆ ਹੀ ਨਹੀਂ ਅਜੇ ਤੀਕ। ਗੁਰੂ ਝਿੜਕਦੇ। ਇੱਕ ਨੇ ਪਹਿਲਵਾਨ ਨੂੰ ਗੁਰੂ ਧਾਰ ਲਿਆ। ਉਹ ਪਹਿਲਵਾਨ ਉਹਨੂੰ ਦਾ ਪੇਚ ਸਿਖਾਉਂਦਾ ਤੇ ਕਾਫੀ ਸੂਝਵਾਨ ਹੋ ਗਿਆ। ਲੋ ਜੀ ਦੂਜਿਆਂ ਲੜਕਿਆਂ ਨਾਲ ਉਹਦੀ ਪਹਿਲਵਾਨ ਨੂੰ ਲੜਾਉਂਦਾ।